ਉਹਦਾ ਬਿਆਨਾ ਲਿਆ ਜਾਂਦਾ ਹੈ। ਇੱਕ ਨੇਮ ਵੱਜਦਾ ਹੈ ਭਈ ਇਸ ਦਿਨ ਨੂੰ ਰਜਿਸਟਰੀ ਹੋ ਜਾਏਗੀ ਔਰ ਜ਼ਮੀਨ ਵੇਚਣ ਵਾਲਾ ਜਿਹੜਾ ਹੈ ਉਹ ਉਸ ਜ਼ਮੀਨ ਦਾ ਮਾਲਕ ਨਹੀਂ ਰਹਿ ਜਾਏਗਾ, ਪਰ ਜਿਹੜਾ ਖਰੀਦਣ ਵਾਲਾ ਹੈ ਉਹ ਉਸ ਜ਼ਮੀਨ ਦਾ ਮਾਲਕ ਹੋ ਜਾਏਗਾ। ਤੋ ਇੱਕ ਨੇਮ ਇਸ ਤਰ੍ਹਾਂ ਦਾ ਹੈ ਜਿਸ ਨੂੰ ਇੱਥੇ ਵਚਨ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਨੇਮ ਹੈ ਜਿਹੜਾ ਮੈਂ ਉਹਨਾਂ ਨਾਲ ਬੰਨਾਂਗਾ। ਖੁਦਾ ਕਹਿੰਦਾ ਇੱਕ ਨੇਮ ਹੈ ਜਿਹੜਾ ਮੈਂ ਉਹਨਾਂ ਨਾਲ ਬੰਨਾਂਗਾ ਔਰ ਉਹਨਾਂ ਦੇ ਦਿਨਾਂ ਦੇ ਮਗਰੋਂ ਪ੍ਰਭੂ ਆਖਦਾ ਹੈ ਮੈਂ ਆਪਣੇ ਕਾਨੂੰਨ ਉਹਨਾਂ ਦੇ ਹਿਰਦਿਆਂ ਦੇ ਉੱਤੇ ਪਾ ਦਵਾਂਗਾ। ਹੁਣ ਤੁਸੀਂ ਵੇਖਿਆ ਕਿ ਹਰ ਜਿਹੜਾ ਕਾਨੂੰਨ ਬਣਦਾ ਹੈ ਉਹਦੀ ਸਜ਼ਾ ਹੁੰਦੀ ਹੈ। ਇੱਕ ਪਾਸੇ ਕਾਨੂੰਨ ਹੁੰਦਾ ਹੈ, ਦੂਸਰੇ ਪਾਸੇ ਉਹਦੀ ਸਜ਼ਾ ਮੁਕਰਰ ਕਰ ਦਿੱਤੀ ਜਾਂਦੀ ਹੈ। ਔਰ ਅਸੀਂ ਦੇਖਦੇ ਹਾਂ ਕਿ ਜਿਹੜਾ ਨੇਮ ਬੱਧਾ ਗਿਆ ਹੈ ਅਸਲ ਵਿੱਚ ਯਿਸੂ ਦੇ ਲਹੂ ਦਾ ਨੇਮ ਹੈ। ਉਹ ਨੇਮ ਕਿਹੜਾ ਹੈ? ਉਹ ਯਿਸੂ ਮਸੀਹ ਦੇ ਲਹੂ ਦੇ ਦੁਆਰਾ। ਇੱਕ ਨੇਮ ਸੀ ਜਦੋਂ ਹੈਕਲ ਦੇ ਅੰਦਰ ਇੱਕ ਵਿਚਕਾਏ ਪਰਦਾ ਹੁੰਦਾ ਸੀ। ਮੰਨ ਲਓ ਇਹ ਦੋ ਥੰਮ ਨੇ, ਇਧਰ ਜਾਜਕ ਹੈ, ਪਿਛਲੇ ਬੰਨੇ ਦੂਸਰੇ ਜਾਜਕ ਨੇ, ਇਧਰ ਪ੍ਰਧਾਨ ਜਾਜਕ ਹੈ ਔਰ ਪ੍ਰਧਾਨ ਜਾਜਕ ਜਿਹੜਾ ਹੈ ਉਹ ਪਰਦੇ ਦੇ ਅਤੀ ਪਵਿੱਤਰ ਸਥਾਨ ਦਾ ਜਿਹੜਾ ਪਰਦਾ ਹੈ ਜਿਹਦੇ ਅੰਦਰ ਨੇਮ ਦਾ ਸੰਦੂਕ ਹੈ, ਹਰੂਨ ਦਾ ਟਾਂਗਾ ਹੈ ਔਰ ਮਤਲਬ ਸੰਦੂਕ ਦੇ ਅੰਦਰ ਦੋ ਫੱਟੀਆਂ ਨੇ। ਉਹ ਨੇਮ ਇਸਰਾਇਲ ਦੇ ਨਾਲ ਹੈ ਔਰ ਉਸ ਨੇਮ ਨੂੰ ਖੁਦਾ ਯਾਦ ਕਰਦਾ ਰਹਿੰਦਾ ਹੈ, ਪਰ ਇੱਕ ਨੇਮ ਉਹਨੇ ਲਹੂ ਦੇ ਦੁਆਰਾ ਬੰਨਣਾ। ਉਹਦਾ ਪਰਛਾਵਾਂ ਉਸ ਨੇਮ ਦਾ ਲਹੂ, ਉਸ ਲਹੂ ਦਾ ਪਰਛਾਵਾਂ ਮੇਮਨਿਆਂ ਤੇ ਭੇਡਾਂ ਦੇ ਲਹੂ ਦੇ ਦੁਆਰਾ ਬੰਨਦਾ। ਤੋ ਮੇਰੇ ਅਜੀਜ਼ੋ, ਮੈਂ ਦੱਸਣਾ ਚਾਹੁੰਦਾ ਕਿ ਉਸ ਨੇਮ ਨੂੰ ਔਰ ਇੱਕ ਪਾਸੇ ਸਜ਼ਾ ਇੱਕ ਪਾਸੇ ਨੇਮ ਹੈ। ਔਰ ਜਦੋਂ ਕਿਸੇ ਦੇ ਘਰ ਵਿੱਚ ਕੋਈ ਕਹਿ ਲੋ ਜਿਸ ਤਰ੍ਹਾਂ ਬਿਮਾਰੀ ਹੈ, ਜਿਸ ਤਰ੍ਹਾਂ ਕੋਈ ਪਰੇਸ਼ਾਨੀ ਹੈ, ਜਿਸ ਤਰ੍ਹਾਂ ਕੋਈ ਮੁਸ਼ਕਲ ਹੈ, ਤੇ ਉਹ ਆਦਮੀ ਕੀ ਕਰਦਾ ਸੀ? ਉਹ ਇੱਕ ਮੇਮਨੇ ਨੂੰ ਲੈਂਦਾ ਸੀ ਔਰ ਉਸ ਮੇਮਨੇ ਨੂੰ ਹੈਕਲ ਦੇ ਬੂਹੇ ਦੇ ਉੱਤੇ ਲੈ ਕੇ ਆਉਂਦਾ ਸੀ ਔਰ ਅੰਦਰੋਂ ਇੱਕ ਜਾਜਕ ਆਉਂਦਾ ਸੀ ਔਰ ਜਾਜਕ ਜਿਹੜਾ ਹੈ ਉਹ ਪੁੱਛਦਾ ਸੀ ਭਈ ਇਹ ਕਾਦੀ ਬਲੀ ਹੈ, ਕਿਉਂਕਿ ਮੇਮਨੇ ਦਾ ਲਹੂ ਡੁੱਲਣਾ ਹੈ ਔਰ ਉਹਦੀ ਜਾਨ ਜਾਣੀ ਹੈ ਕਿਹਦੇ ਬਦਲੇ ਵਿੱਚ? ਇਸ ਪਰਿਵਾਰ ਦੇ ਬਦਲੇ ਵਿੱਚ, ਜਿਸ ਨੂੰ ਹੋਮ ਦੀ ਬਲੀ ਔਰ ਅਸੀਂ ਦੇਖਦੇ ਹਾਂ ਸੁਖ ਸ਼ਾਂਤੀ ਬਲੀ, ਇਹ ਬਲੀਆਂ ਚੜਾਈਆਂ ਜਾਂਦੀਆਂ ਸਨ। ਹੁਣ ਅਸੀਂ ਵੇਖਦੇ ਹਾਂ ਕਿ ਸੁਖ ਸ਼ਾਂਤੀ ਬਲੀ ਜਿਹੜੀ ਹੈ ਉਹ ਕਿਵੇਂ ਹੈ। ਉੱਥੇ ਮੇਮਨੇ ਨੂੰ ਕੁਰਬਾਨ ਕਰਕੇ ਉਹ ਬਲੀ ਚਾੜੀ ਗਈ ਹੈ। ਇੱਧਰ ਯਿਸੂ ਮਸੀਹ ਆ ਗਿਆ ਹੈ ਜਿਸ ਨੇ ਆਪਣੇ ਲਹੂ ਦੇ ਦੁਆਰਾ ਉਸ ਮੁਕਤੀ ਦਾ ਦਰਵਾਜ਼ਾ ਖੋਲ ਦਿੱਤਾ ਹੈ। ਉਹ ਪਰਦਾ ਵਿਚਕਾਇਓਂ ਪਾਟ ਕੇ ਦੋ ਹੋ ਗਿਆ ਹੈ ਔਰ ਹੁਣ ਅਸੀਂ ਵੇਖਦੇ ਹਾਂ ਸ਼ਰਾ ਨਹੀਂ ਹੈ। ਹੁਣ ਮੇਮਨੇ ਕੁਰਬਾਨ ਨਹੀਂ ਹੋਣੇ। ਹੁਣ ਸੁਖ ਸ਼ਾਂਤੀ ਬਲੀ ਜਿਹੜੀ ਹੈ ਉਹ ਕਿੱਥੇ ਹੈ?
ਲੱਭ ਸਕਦੇ ਹੋ ਸੁਖ ਸ਼ਾਂਤੀ ਬਲੀ ਨਵੇਂ ਨੇਮ ਦੇ ਅੰਦਰ। ਆਓ ਪੜਾਂਗੇ ਮੱਤੀ ਦੀ ਅੰਜੀ ਉਸ ਦਾ 11 ਅਧਿਆਏ ਔਰ ਉਸ ਦੀ 28 ਆਇਤ ਨੂੰ ਪੜੋ। ਇਹ ਸੁਖ ਸਾਂਝ ਦੀ ਬਲੀ ਹੈ। ਇਹ ਸਾਰੇ ਥੱਕੇ ਹੋਇਓ। ਔਰ ਹੁਣ ਅਸੀਂ ਦੇਖਦੇ ਹਾਂ ਕਿ ਸਾਡਾ ਖੁਦਾਵੰ ਯਿਸੂ ਮਸੀਹ ਕਹਿ ਰਿਹਾ, ਇਹ ਸਾਰੇ ਥੱਕੇ ਹੋਇਓ ਅਤੇ ਭਾਰ ਦੇ ਹੇਠ ਦੱਬੇ ਹੋਇਓ, ਮੇਰੇ ਕੋਲ ਆਓ, ਮੈਂ ਤੁਹਾਨੂੰ ਕੀ ਦਵਾਂਗਾ? ਆਰਾਮ ਦਵਾਂਗਾ। ਪੜਾਂਗੇ, ਮੇਰਾ ਜੂਆ ਆਪਣੇ ਉੱਤੇ ਲੈ ਲਓ, ਮੈਥੋਂ ਸਿੱਖੋ, ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗਰੀਬ ਹਾਂ, ਤੇ ਤੁਸੀਂ ਆਪਣੇ ਜੀਆਂ ਵਿੱਚ ਕੀ ਪਾਓਗੇ? ਆਰਾਮ ਪਾਓਗੇ। ਕੀ ਭਲਾ ਸੁਖ ਸ਼ਾਂਤੀ ਗੱਲ ਆਖੀ ਗਈ ਹੈ ਜਾਂ ਹੋਰ ਕੋਈ ਕਿਹੜੀ ਗੱਲ ਆਖੀ ਗਈ ਹੈ? ਉੱਥੇ ਸੁਖ ਸ਼ਾਂਤੀ ਬਲੀ ਲਈ ਲੇਲਾ ਕੁਰਬਾਨ ਹੈ। ਇੱਥੇ ਕੌਣ ਹੈ? ਇੱਥੇ ਸਾਡਾ ਖੁਦਾਵੰ ਯਿਸੂ ਮਸੀਹ ਹੈ। ਹੱਥ ਉਠਾ ਕੇ ਆਖੋਗੇ ਵੀ ਉਹ ਵੀ ਲੇਲਾ ਹੈ। ਉਹਨੇ ਆਪਣਾ ਲਹੂ ਦੇ ਕੇ ਉਸ ਪਰਦੇ ਨੂੰ ਵਿੱਚੋਂ ਹਟਾ ਦਿੱਤਾ ਹੋਇਆ ਹੈ। ਹੁਣ ਤੁਸੀਂ ਸੁਖ ਸ਼ਾਂਤੀ ਦੇ ਲਈ, ਆਪਣੀ ਖੁਸ਼ੀ ਸੇ ਸਲਾਮਤੀ ਵਾਸਤੇ ਹੁਣ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਕੋਲ ਆ ਸਕਦੇ ਹੋ। ਉਹ ਤੁਹਾਨੂੰ ਸੱਦਦਾ ਹੈ। ਉਹ ਕੀ ਕਰਦਾ ਹੈ? ਉਹ ਤੁਹਾਨੂੰ ਸੱਦਦਾ ਹੈ। ਉਹ ਕਹਿੰਦਾ ਹੈ, ਇਹ ਸਾਰੇ ਥੱਕੇ ਹੋਇਓ ਅਤੇ ਭਾਰ ਦੇ ਹੇਠ ਦੱਬੇ ਹੋਇਓ, ਕਿਹਦੇ ਕੋਲ ਆਓ? ਕਿਹਦੇ ਕੋਲ ਆਓ? ਉਹ ਹੁਣ ਹੈਕਲ ਵੱਲ ਨੂੰ ਇਸ਼ਾਰਾ ਨਹੀਂ ਕਹਿੰਦਾ, ਮੇਰੇ ਕੋਲ ਆਓ, ਮੈਂ ਤੁਹਾਨੂੰ ਕੀ ਦਵਾਂਗਾ? ਆਰਾਮ ਦਵਾਂਗਾ। ਹੁਣ ਕਿਉਂ ਸਾਡੇ ਭੈਣਾਂ ਭਰਾ ਬਜ਼ੁਰਗ ਬੱਚੇ ਇਸ ਕਰਕੇ ਚਰਚ ਵੱਲ ਨੂੰ ਆਉਂਦੇ ਨੇ ਔਰ ਦੁਆਵਾਂ ਕਰਵਾਉਂਦੇ ਨੇ? ਸੇਵਕ ਨੂੰ ਕਹਿੰਦੇ ਆ ਦੁਆ ਕਰਿਓ, ਕਿਉਂਕਿ ਸਾਨੂੰ ਪਤਾ ਲੱਗ ਗਿਆ ਯਿਸੂ ਮਸੀਹ ਦੇ ਨਾਮ ਵਿੱਚ ਖੁਸ਼ੀ ਮਿਲ ਸਕਦੀ ਹੈ। ਯਿਸੂ ਮਸੀਹ ਦੇ ਨਾਮ ਵਿੱਚ ਸ਼ਾਂਤੀ ਮਿਲ ਸਕਦੀ ਹੈ। ਯਿਸੂ ਮਸੀਹ ਦੇ ਨਾਮ ਵਿੱਚ ਅਸੀਂ ਰੋਗਾਂ ਤੋਂ ਚੰਗੇ ਹੋ ਸਕਦੇ ਹਾਂ, ਦੁੱਖਾਂ ਤੋਂ ਛੁਟਕਾਰਾ ਪਾ ਸਕਦੇ ਹਾਂ। ਇਸ ਕਰਕੇ ਅਸੀਂ ਵੇਖਦੇ ਹਾਂ ਕਿ ਇਹ ਜਦੋਂ ਤੁਹਾਨੂੰ ਇਹਦਾ ਪਤਾ ਲੱਗ ਗਿਆ ਇਸ ਨੇਮ ਦਾ, ਤੇ ਇਹ ਨੇਮ ਕੀ ਹੈ? ਇਹ ਉਹ ਨੇਮ ਹੈ ਜਿਹੜਾ ਮੈਂ ਉਹਨਾਂ ਨਾਲ ਬੰਨਾਂਗਾ। ਤੋ ਯਾਦ ਰੱਖੋ, ਇਹ ਫੁੱਟਪ੍ਰਿੰਟ ਦੇ ਉੱਤੇ ਪੜ ਸਕਦੇ ਹੋ। ਫੁੱਟਪ੍ਰਿੰਟ ਕਿਹਨ ਫੁੱਟਪ੍ਰਿੰਟ ਦਾ ਪਤਾ ਨਹੀਂ? ਠੀਕ ਹੈ। ਇੱਥੇ ਜਿੱਥੇ ਤੁਸੀਂ 16 ਆਇਤ ਲਾਈ ਹੋਈ ਆ, ਇੱਥੇ ਜਿੱਥੇ ਸੀ ਉੱਤੇ ਹੈ, ਮਤਲਬ 15ਵੀਂ ਆਇਤ ਦਾ ਸੀ, ਉੱਥੇ ਇੱਕ ਸਟਾਰ ਹੈ ਲੱਗਾ ਹੋਇਆ, ਔਰ ਉਹ ਸਟਾਰ ਥੱਲੇ ਲੱਗਾ ਹੋਇਆ, ਔਰ ਥੱਲੇ ਉਹ ਸਟਾਰ ਜਿਹੜਾ ਹੈ ਉਹ ਇਹ ਕਹਿ ਰਿਹਾ ਹੈ, ਯਿਰਮੀਆ ਕੀ ਦੀ 33 ਆਇਤ ਪੜੋ। ਇਹ ਉੱਥੇ ਲਿਖਤ ਹੈ। ਹਾਂਜੀ, ਯਿਰਮੀਆ 31 33 ਯਿਰਮੀਆ 31 33 ਇਹਨੂੰ ਫੁੱਟਪ੍ਰਿੰਟ ਕਿਹਾ ਜਾਂਦਾ। ਪੜੋ ਯਿਰਮੀਆ 31 33 ਨੂੰ ਪੜੋ। ਇਹ ਲਿਖਤ ਉੱਥੋਂ ਆਉਂਦੀ ਹੈ, ਪੜਾਂਗੇ। ਹਾਲੇਲੂਇਆ। ਅਸੀਂ ਉਸ ਲਿਖਤ ਨੂੰ ਪੜਾਂਗੇ ਜਿਹੜੀ ਹਾਂਜੀ, ਇਹ ਉਹ ਨੇਮ ਹੈ ਜਿਹੜਾ ਮੈਂ ਉਹਨਾਂ ਦਿਨਾਂ ਦੇ ਪਿੱਛੋਂ ਇਸਰਾਏਲ ਦੇ ਘਰਾਣੇ ਨਾਲ ਬੰਨਾਂਗਾ। ਹਾਂਜੀ, ਯਹੋਵਾ ਦਾ ਵਾਕ ਹੈ, ਹਾਂਜੀ, ਮੈਂ ਆਪਣੀ ਭਵਿੱਖਤਾ ਨੂੰ ਉਹਨਾਂ ਦੇ ਅੰਦਰ ਰੱਖਾਂਗਾ ਅਤੇ ਉਹਨਾਂ ਦੇ ਦਿਲਾਂ ਉੱਤੇ ਲਿਖਾਂਗਾ। ਮੈਂ ਉਹਨਾਂ ਦਾ ਪਰਮੇਸ਼ਰ ਹੋਵਾਂਗਾ। ਮੈਂ
ਉਹਨਾਂ ਦਾ ਪਰਮੇਸ਼ਰ ਹੋਵਾਂਗਾ ਅਤੇ ਉਹ ਮੇਰੀ ਪ੍ਰਜਾ ਹੋਣਗੇ। ਅਤੇ ਪ੍ਰਜਾ ਹੋਣਗੇ। ਆ ਖੁਦਾਵੰਦ ਬਹੁਤ ਵੱਡੀ ਕਿਰਪਾ ਦਵੇ, ਨੇਮ ਦੀ ਗੱਲ ਹੈ। ਤੋ ਮੈਂ ਦੱਸਣਾ ਚਾਹੁੰਦਾ ਕਿ ਇਸਰਾਇਲ ਦਾ ਪਰਮੇਸ਼ਰ ਸਾਡਾ ਪਰਮੇਸ਼ਰ ਹੈ। ਜਿਹੜਾ ਇਸਰਾਇਲ ਦਾ ਯਹੋਵਾ ਪਰਮੇਸ਼ਰ ਹੈ, ਕੀ ਉਹ ਸਾਡਾ ਪਰਮੇਸ਼ਰ ਹੈ? ਉਹ ਸਾਡਾ ਪਰਮੇਸ਼ਰ ਹੈ। ਫਿਰ ਜਿੱਥੇ ਉਹਨਾਂ ਲਈ ਲਿਖਿਤ ਹੈ, ਦੋਵੇਂ ਹੱਥ ਉਠਾ ਕੇ ਆਖੋ, ਸਾਡੇ ਲਈ ਵੀ ਇਹੀ ਲਿਖਤ ਹੈ। ਪ੍ਰਭੂ ਬਹੁਤ ਵੱਡੀ ਬਰਕਤ ਦੇਵੇ। ਤੋ ਅਸੀਂ ਪ੍ਰਭੂ ਦੇ ਵਚਨਾਂ ਦੇ ਵਿੱਚੋਂ ਜਦ ਪੜ੍ਹਦੇ ਹਾਂ ਕਿ ਲਹੂ ਬਹਾਇਆ ਗਿਆ, ਇਹ ਦਰਵਾਜ਼ਾ ਉਸਨੇ ਖੋਲ ਦਿੱਤਾ, ਕਾਹਦੇ ਨਾਲ? ਆਪਣੀ ਨੇਮ ਦੇ ਲਹੂ ਨਾਲ। ਲਿਖਿਆ ਹੈ, ਅਰਥਾਤ ਉਸ ਨੇਮ, ਨਵੇਂ ਨੇਮ ਅਤੇ ਜਿਉਂਦੇ ਰਾਹ ਹੀ ਜਿਹੜਾ ਉਹਨੇ ਪੜਦੇ ਮਾਨੋ ਆਪਣੇ ਸਰੀਰ ਦੇ ਥਾਣੀ ਸਾਡੇ ਲਈ ਖੋਲਿਆ ਹੈ। ਜਿਹੜਾ ਇਹ ਨੇਮ ਹੈ, ਜਿਰਮੀਆ ਜਿਹੜਾ ਕਹਿੰਦਾ ਉਹ ਇਸਰਾਏਲੀ ਕਹਿ ਰਿਹਾ ਹੈ, ਇਹ ਜਿਹੜਾ ਨੇਮ ਹੈ ਨਵਾਂ ਨੇਮ ਹੈ। ਹਾਲੇਲੂਇਆ। ਯਹੋਵਾ ਕਾਹਦੇ ਵਿੱਚ ਆ ਗਿਆ ਹੈ? ਸਰੀਰ ਵਿੱਚ ਆ ਗਿਆ। ਯਹੋਵਾ ਦਾ ਲਹੂ ਕਿੱਥੇ ਵੇਖਿਆ ਜਾ ਸਕਦਾ ਹੈ? ਯਿਸੂ ਦੇ ਸਰੀਰ ਵਿੱਚ ਵੇਖਿਆ ਜਾਂਦਾ। ਹੈਕਲ ਵਿੱਚ ਉਹਨਾਂ ਨੂੰ ਕੌਣ ਚੰਗਾ ਕਰਦਾ ਸੀ ਜਦੋਂ ਮੇਮਨੇ ਲੈ ਕੇ ਜਾਂਦੇ ਸਨ? ਉਹ ਯਹੋਵਾ ਸੀ। ਹਾਲੇਲੂਇਆ। ਤੋ ਹੁਣ ਤੁਹਾਨੂੰ ਚੰਗਾ ਕੌਣ ਕਰਦਾ ਹੈ? ਉਹ ਪੁਰਾਣੇ ਨੇਮ ਦਾ ਯਹੋਵਾ, ਨਵੇਂ ਨੇਮ ਦਾ ਯਿਸੂ ਸਾਨੂੰ ਚੰਗਾ ਕਰਦਾ ਹੈ। ਉਸ ਨੇਮ ਦੇ ਨਾਲ, ਉਸ ਸ਼ਰ੍ਹਾ ਦੇ ਨਾਲ ਇਸਰਾਇਲ ਬੱਝਾ ਹੋਇਆ ਸੀ। ਤੇ ਯਾਦ ਰੱਖੋ, ਇਸ ਨੇਮ ਨਾਲ ਹੁਣ ਕੋਈ ਵੀ ਸਾਰੀ ਦੁਨੀਆ ਵੱਜ ਗਈ ਹੋਈ ਹੈ। ਦੁਨੀਆ ਸਾਰੀ ਕਿਉਂ ਵੱਜ ਗਈ ਹੈ? ਆਓ ਅਸੀਂ ਜਰਾ ਇਸ ਨੂੰ ਆਪਣਾ ਲੂਕਾ 24:47 ਨੂੰ ਪੜਾਂਗੇ। ਇਹਦੇ ਨਾਲ ਅੱਜ ਸਾਰੀ ਨੇਮ ਦੀ ਸਾਰੀ ਮਤਲਬ ਦੁਨੀਆ ਵੱਜ ਗਈ ਹੈ। ਅਸੀਂ ਜਿਹੜੇ ਜੰਗਲੀ ਜਤੂਨ ਸਾਂ, ਸਾਨੂੰ ਜਿਹਨੂੰ ਕੋਈ ਹਾਕੀ ਨਹੀਂ ਸੀ ਵੀ ਉਹਨਾਂ ਦੀ ਹੈ ਚਲੇ ਜਾਂਦੇ, ਪਰ ਅੱਜ ਉਹੀ ਸਾਡੇ ਵਿੱਚ ਆਉਂਦਾ ਹੈ। ਪੜਾਂਗੇ। ਅਤੇ ਯਰੂਸ਼ਲਮ ਤੋਂ ਲੈ ਕੇ ਹੁਣ ਲੂਕਾ ਦੇ ਅੰਦਰ ਕੌਣ ਬੋਲਦਾ ਹੈ? ਸਾਡਾ ਖੁਦਾਵੰਦ ਯਿਸੂ ਮਸੀਹ ਹੈ, ਜਿਹੜਾ ਮੁਰਦਿਆਂ ਦੇ ਵਿੱਚੋਂ ਜੀ ਉੱਠਿਆ ਹੋਇਆ ਹੈ। ਆਪਣੀ ਜਾਨ ਦੇ ਸਕਦਾ ਸੀ, ਆਪਣੀ ਜਾਨ ਲੈ ਸਕਦਾ ਸੀ। ਉਹਨੇ ਜਾਨ ਦੇ ਵੀ ਦਿੱਤੀ। ਹੱਥ ਉਠਾ ਕੇ ਆਖੋ, 3 ਦਿਨਾਂ ਬਾਅਦ ਉਹਨੇ ਆਪਣੀ ਜਾਨ ਲੈ ਵੀ ਲਈ। ਜਦ ਉਸਨੇ ਆਪਣੀ ਜਾਨ ਲੈ ਲਈ ਤੇ ਉਹ ਮੁਰਦਿਆਂ ਦੇ ਵਿੱਚੋਂ ਜੀ ਉੱਠਿਆ। ਉਹ ਮੁਰਦਿਆਂ ਦੇ ਵਿੱਚੋਂ ਜੀ ਉੱਠਿਆ ਹੋਇਆ ਸਾਡਾ ਪ੍ਰਭੂ ਹੈ। ਔਰ ਜੀ ਉੱਠ ਕੇ ਉਹ ਕੀ ਕਹਿ ਰਿਹਾ ਹੈ? ਅਤੇ ਯਰੂਸ਼ਲਮ ਤੋਂ ਲੈ ਕੇ ਪੜੋ, ਅਤੇ ਯਰੂਸ਼ਲਮ ਤੋਂ ਲੈ ਕੇ ਹਾਂਜੀ ਸਾਰੀਆਂ ਕੌਮਾਂ ਵਿੱਚ, ਸਾਰੀਆਂ ਕੌਮਾਂ ਵਿੱਚ ਉਹਦੇ ਨਾਮ ਉੱਤੇ ਤੌਬਾ, ਉਹਦੇ ਨਾਮ ਉੱਤੇ ਤੌਬਾ ਔਰ ਪਾਪਾਂ ਦੀ ਮਾਫੀ ਦਾ ਪ੍ਰਚਾਰ ਅਤੇ ਪਾਪਾਂ ਦੀ ਮਾਫੀ ਦਾ ਪ੍ਰਚਾਰ ਕੀਤਾ ਜਾਵੇਗਾ। ਭਾਈ ਭੈਣੋ, ਹੁਣ ਤੁਹਾਨੂੰ ਹਾਂਜੀ ਤੋ ਅਸੀਂ ਵੇਖਦੇ ਹਾਂ, ਪਾਪਾਂ ਦੀ ਮਾਫੀ ਦਾ ਪ੍ਰਚਾਰ ਕੀਤਾ ਜਾਂਦਾ ਹੈ ਜਾਂ ਕੀਤਾ ਜਾਵੇਗਾ। ਆਉਣ ਵਾਲੇ ਸਮੇਂ ਵਿੱਚ ਕੀਤਾ ਜਾਵੇਗਾ। ਹਜ਼ਾਰਾਂ ਸਾਲ ਵੀ ਲੰਘ ਜਾਣ ਤਾਂ ਵੀ ਪ੍ਰਚਾਰ ਕੀਤਾ ਜਾਵੇਗਾ। ਔਰ ਯਾਦ ਰੱਖੋ, ਸਾਡੇ ਪ੍ਰਭੂ ਨੂੰ 2000 ਸਾਲ ਹੋ ਗਏ ਨੇ, ਪਰ ਅੱਜ ਵੀ ਉਹਦਾ ਪ੍ਰਚਾਰ ਸਾਡੇ ਕੰਨਾਂ ਵਿੱਚ ਪੈ ਰਿਹਾ ਹੈ। ਜਿਹੜਾ ਉਹਨੇ ਮੁਰਦਿਆਂ ਵਿੱਚੋਂ ਜੀ ਉੱਠ ਕੇ ਕੀਤਾ, ਉਹਨੇ ਕਿਹਾ ਯਰੂਸ਼ਲਮ ਤੋਂ ਲੈ ਕੇ ਸਾਰੀਆਂ ਕੌਮਾਂ ਦੇ ਉੱਤੇ ਤੌਬਾ ਅਤੇ
ਪਾਪਾਂ ਦੀ ਮਾਫੀ ਦਾ ਪ੍ਰਚਾਰ ਕੀਤਾ ਜਾਵੇਗਾ। ਭਾਈ ਭੈਣੋ, ਇੱਕ ਇਸਰਾਏਲੀ ਨੂੰ ਇੱਕ ਮੇਮਨਾ ਖਰੀਦਣਾ ਪੈਂਦਾ ਸੀ। ਜਦੋਂ ਉਹਦੇ ਕੋਲੋਂ ਪਾਪ ਹੋ ਜਾਂਦਾ ਸੀ, ਉਦੋਂ ਉਹਨੂੰ ਇੱਕ ਮੇਮਨਾ ਖਰੀਦ ਕੇ ਹੈਕਲ ਦੇ ਦਰਵਾਜ਼ੇ ਤੇ ਜਾਣਾ ਪੈਂਦਾ ਸੀ ਔਰ ਜਾਜਕ ਨੂੰ ਦੱਸਣਾ ਪੈਂਦਾ ਸੀ ਭਾਈ ਮੇਰੇ ਪਰਿਵਾਰ ਦੇ ਕੋਲੋਂ ਆ ਪਾਪ ਹੋ ਗਿਆ ਹੈ, ਮੇਰਾ ਪਰਿਵਾਰ ਵੀ ਮਾਫ ਕੀਤਾ ਜਾਵੇ, ਮੈਨੂੰ ਵੀ ਮਾਫੀ ਮਿਲ ਜਾਵੇ। ਔਰ ਉਹ ਜਾਜਕ ਕਹਿੰਦਾ ਸੀ ਇਸ ਲੇਲੇ ਦੇ ਉੱਤੇ ਕੀ ਰੱਖ, ਆਪਣਾ ਹੱਥ ਰੱਖ ਕੇ ਆਪਣੇ ਪਾਪਾਂ ਦਾ ਇਕਰਾਰ ਕਰ, ਕਿਉਂਕਿ ਇਹਨੇ ਤੇਰੇ ਪਾਪ ਚੁੱਕਣੇ ਨੇ, ਇਹਨੇ ਤੇਰੇ ਪਾਪਾਂ ਲਈ ਮਾਰਿਆ ਜਾਣਾ ਹੈ। ਔਰ ਉਹ ਲੇਲੇ ਦੇ ਲੱਕ ਤੇ ਹੱਥ ਧਰ ਕੇ ਆਪਣਾ ਪਾਪ ਮੰਨਦਾ ਸੀ। ਮੇਰੇ ਅਜੀਜ਼ੋ, ਉਹਦੇ ਗਲ ਦੀ ਰੱਸੀ ਜਾਜਕ ਫੜ ਲੈਂਦਾ ਸੀ ਤੇ ਉਹਨੂੰ ਉੱਥੇ ਖੜਦਾ ਸੀ ਜਿੱਥੇ ਉਹਨੂੰ ਮਾਰ ਦੇਣਾ ਸੀ, ਔਰ ਉਹਦਾ ਲਹੂ ਡੁੱਲ ਜਾਣਾ ਸੀ ਔਰ ਉਹਦੀ ਜਾਨ ਚਲੇ ਜਾਣੀ ਸੀ। ਯਾਦ ਰੱਖੋ, ਫਿਰ ਅਸੀਂ ਦੇਖਦੇ ਹਾਂ ਕਿ ਜਦੋਂ ਨੇਮ ਬਦਲੇ, ਜਦੋਂ ਕੀ ਕਹਿਣਾ ਚਾਹੀਦਾ ਕਿ ਸ਼ਰ੍ਹਾ ਦਾ ਨੇਮ ਜਿਹੜਾ ਸੀ, ਸ਼ਰ੍ਹਾ ਜਿਹੜੀ ਸੀ ਉਹਨੂੰ ਖੁਦਾਵੰਦ ਯਿਸੂ ਮਸੀਹ ਨੇ ਪੂਰਾ ਕਰਕੇ ਤੇ ਕਿਰਪਾ ਦਾ ਹੱਥ ਉਠਾ ਕੇ ਆਖੋ, ਕਿਰਪਾ ਦਾ ਦਰਵਾਜ਼ਾ ਸਾਡੇ ਲਈ ਖੋਲ ਦਿੱਤਾ ਹੈ। ਹੁਣ ਅਸੀਂ ਆਪਣੇ ਪਾਪਾਂ ਦਾ ਕੀ ਕਰਦੇ ਹਾਂ, ਇਕਰਾਰ ਕਰਦੇ ਹਾਂ। ਹੁਣ ਸਾਨੂੰ ਮੇਮਨਾ ਨਹੀਂ ਖੜਨਾ ਪੈਂਦਾ, ਹੁਣ ਸਾਨੂੰ ਆਪਣੇ ਪਾਪਾਂ ਦਾ ਇਕਰਾਰ ਕਰਨਾ ਪੈਂਦਾ ਹੈ। ਔਰ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਕਿ ਜਿਹੜਾ ਪਾਪ ਮੰਨਿਆ ਜਾਂਦਾ ਹੈ ਉਹਦੀ ਮਾਫੀ ਹੈਗੀ, ਮਿਲ ਜਾਂਦੀ ਹੈ ਮਾਫੀ, ਪਰ ਜਿਹੜਾ ਪਾਪ ਮੰਨਿਆ ਨਹੀਂ ਗਿਆ ਉਹ ਤੁਹਾਡੇ ਅੰਦਰ ਹੈ, ਜਿਹਦਾ ਤੁਸੀਂ ਇਕਰਾਰ ਨਹੀਂ ਕੀਤਾ। ਕੀ ਜੇ ਅੱਗੇ ਖੁਦਾਵੰਦ ਯਿਸੂ ਮਸੀਹ ਦੇ ਅੱਗੇ ਜਿਸ ਪਾਪ ਦਾ ਤੁਸੀਂ ਇਕਰਾਰ ਨਹੀਂ ਕਰ ਸਕੇ ਉਹ ਬਣ। ਹੁਣ ਤੁਸੀਂ, ਮੈਂ ਕਿਉਂ ਇਹ ਗੱਲ ਕਹਿ ਰਿਹਾ, ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਆਪਣੇ ਪਾਪ ਲੁਕਾ ਕੇ ਬੈਠੇ ਰਹਿੰਦੇ ਨੇ ਔਰ ਉਹ ਉੱਠ ਕੇ ਮੰਨਣ ਵਾਸਤੇ ਤਿਆਰ ਨਹੀਂ ਹੁੰਦੇ। ਉਹ ਆਪਣੇ ਪਾਪ ਮੰਨਣ ਵਾਸਤੇ ਤਿਆਰ ਨਹੀਂ ਹੁੰਦੇ, ਸਗੋਂ ਉਤੋਂ ਹੋਰ ਗੱਲਾਂ ਕਰ ਕਰਕੇ ਤੇ ਦੱਸਦੇ ਨੇ ਵੀ ਮੈਂ ਧਰਮੀ ਆ, ਮੇਰੇ ਨਾਲੋਂ ਧਰਮੀ ਹੋਰ ਵੱਧ ਕੋਈ ਵੀ ਨਹੀਂ। ਇੱਕ ਜਾਣਾ, ਦੋ ਜਾਣੇ, ਯਿਸੂ ਮਸੀਹ ਨੇ ਦੋ ਜਾਣਿਆਂ ਦਾ ਦ੍ਰਿਸ਼ਟਾਂਤ ਦਿੱਤਾ ਔਰ ਉਹਨੇ ਪਹਿਲਾਂ ਉਹ ਜਿਹੜਾ ਹਫ਼ਤੇ ਵਿੱਚ 2 ਰੋਜ਼ੇ ਰੱਖਦਾ ਸੀ ਔਰ ਆਪਣੀ ਕਮਾਈ ਦਾ ਦਸਵੰਧ ਦਿੰਦਾ ਸੀ ਔਰ ਰੱਬ ਤੋਂ ਡਰਦਾ ਸੀ। ਉਹ ਕਹਿੰਦਾ, ਵੇਖੋ ਪ੍ਰਭੂ ਜੀ, ਮੈਂ ਹਫ਼ਤੇ ਵਿੱਚ 2 ਰੋਜ਼ੇ ਰੱਖਦਾ, ਮੈਂ ਆਪਣੀ ਕਮਾਈ ਦਾ ਕੀ ਦਿੰਦਾ, ਦਸਵੰਧ ਦਿੰਦਾ ਹਾਂ, ਮੈਂ ਇਹਦੇ ਵਰਗਾ ਨਹੀਂ। ਕਿੱਧਰ ਨੂੰ ਹੱਥ ਕਰ ਦਿੱਤਾ? ਉਹ ਜਿਹੜਾ ਪਾਪੀ ਤੇ ਗੁਨਾਹਗਾਰ ਸੀ ਉਧਰ ਨੂੰ ਹੱਥ ਕਰ ਦਿੱਤਾ, ਮੈਂ ਇਹਦੇ ਵਰਗਾ ਨਹੀਂ ਹਾਂ। ਔਰ ਜਦੋਂ ਉਹਦੀ ਵਾਰੀ ਆਈ ਉਹ ਛਾਤੀ ਪਿੱਟਣ ਡੈ ਪਿਆ, ਰੋਣ ਡੈ ਪਿਆ, ਉਹ ਆਪਣੇ ਪਾਪ ਮੰਨਣ ਡੈ ਪਿਆ। ਉਹਨੇ ਕਿਹਾ, ਪ੍ਰਭੂ ਮੈਂ ਆਸਮਾਨ ਵੱਲ ਨੂੰ ਵੇਖਣ ਦੇ ਵੀ ਯੋਗ ਨਹੀਂ ਰਹਿ ਗਿਆ। ਸੁਣ ਰਹੇ ਪਤਾ? ਤੋ ਮੈਂ ਦੱਸਣਾ ਚਾਹੁੰਦਾ ਵੀ ਜਿਹੜਾ ਆਉਂਦਾ ਹੈ ਉਹ ਸੁਣੇ, ਜਿਹਨੇ ਬਾਹਰ ਵੇਖਣਾ ਹੈ ਕਿਰਪਾ ਕਰਕੇ ਅੰਦਰ ਆ ਜਾਓ, ਨਹੀਂ ਤੇ ਫਿਰ ਬਾਹਰ ਚਲੇ, ਕਿਉਂਕਿ ਇਹ ਮਸਾ ਹੀ ਚਰਚ ਖੁੱਲੇ ਨੇ ਤੇ ਇਹ ਸਾਡੇ ਇਸ ਲਈ ਖੁੱਲਿਆ ਭਾਈ ਅਸੀਂ ਪ੍ਰਭੂ ਦਾ ਕੀ ਸੁਣੀਏ, ਵਚਨ ਸੁਣੀਏ। ਹਾਲੇਲੂਇਆ। ਤੋ ਹੁਣ ਮੈਂ ਦੱਸਣਾ ਚਾਹੁੰਦਾ, ਉਹ ਆਪਣੀ ਛਾਤੀ ਪਿੱਟਣ ਦਾ ਪਿਆ, ਪ੍ਰਭੂ ਮੈਂ ਗੁਨਾਹਗਾਰ ਹਾਂ, ਮੈਂ ਤੇਰੇ ਆਸਮਾਨ ਦੇ ਵੱਲ ਵੇਖਣ ਦੇ ਯੋਗ ਵੀ ਨਹੀਂ ਹਾਂ, ਮੈਂ ਬਹੁਤ ਪਾਪ ਕੀਤੇ ਔਰ ਮੇਰੇ ਕੋਲੋਂ ਬੜੀਆਂ ਗਲਤੀਆਂ ਹੋ ਗਈਆਂ। ਤੇ ਉਥੋਂ ਧਰਮੀ ਕੌਣ ਠਹਿਰਿਆ? ਧਰਮੀ ਕੌਣ ਠਹਿਰਿਆ?
ਔਰ ਜਿਨ੍ਹਾਂ ਆਪਣੇ ਪਾਪ ਮੰਨ ਲਏ। ਮੇਰੇ ਭਾਈ ਭੈਣੋ, ਹੱਥ ਜੋੜ ਕੇ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ, ਜੇ ਤੇ ਤੁਸੀਂ ਇਸ ਉਠਾਏ ਜਾਣ ਦਾ ਤੁਹਾਨੂੰ ਭੁੱਖ ਪਿਆਸ ਹੈ, ਭਾਈ ਪ੍ਰਕਾਸ਼ ਕਹਿ ਰਹੇ ਸੀ ਉਠਾਏ ਜਾਣਾ ਬੜਾ ਨੇੜੇ ਹੈ। ਯਾਦ ਰੱਖੋ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਮੈਂ ਥੋੜਾ ਜਿਹਾ ਇਹਦਾ ਹਿੱਸਾ ਲਵਾਂਗਾ ਬਾਅਦ ਦੇ ਵਿੱਚ ਜਾ ਕੇ, ਅਜੇ ਸਮਾਂ ਕਿੰਨਾ ਹੈ। ਇਸ ਕਰਕੇ ਮੈਂ ਦੱਸਣਾ ਚਾਹੁੰਦਾ, ਜਿਹੜਾ ਆਪਣੀ ਗਲਤੀ ਨਹੀਂ ਮੰਨਦਾ, ਕਿਹਦੇ ਅੱਗੇ ਮੰਨਣੀ ਆ? ਪਾਸਟਰ ਅੱਗੇ ਨਹੀਂ, ਪਾਸਟਰ ਦੇ ਅੱਗੇ ਨਹੀਂ। ਜਿੰਨੇ ਲਹੂ ਬਹਾ ਦਿੱਤਾ, ਹੱਥ ਉਠਾ ਕੇ ਆਖੋ ਗਲਤੀ ਉਹਦੇ ਅੱਗੇ ਮੰਨਣੀ ਹੈ। ਜਿੰਨੇ ਸਾਡੇ ਲਈ ਲਹੂ ਬਹਾ ਦਿੱਤਾ, ਗਲਤੀ ਉਹਦੇ ਅੱਗੇ ਮੰਨਣੀ ਹੈ। ਅਗਰ ਜਿਹੜੀ ਗਲਤੀ ਤੁਸੀਂ ਮੰਨ ਲਈ ਆ, ਉਹ ਮਾਫ ਹੋ ਜਾਏਗੀ। ਜਿਹੜੀ ਨਹੀਂ ਮੰਨੀ ਗਈ, ਉਹ ਤੁਹਾਡੇ ਹਿੱਸੇ ਵਿੱਚ ਆ ਜਾਏਗੀ। ਔਰ ਜਿਹੜੀ ਗਲਤੀ ਨਹੀਂ ਮੰਨੀ ਗਈ, ਅਸੀਂ ਵੇਖਦੇ ਹਾਂ ਉਸ ਗਲਤੀ ਦੇ ਕਾਰਨ ਤੁਹਾਨੂੰ ਦਰਵਾਜ਼ੇ ਉੱਤੇ ਰੋਕ ਲਿਆ ਜਾਏਗਾ ਔਰ ਪੁੱਛਿਆ ਜਾਏਗਾ, ਯਿਸੂ ਨੇ ਤੁਹਾਡੇ ਪਾਪਾਂ ਲਈ ਲਹੂ ਬਹਾਇਆ ਸੀ। ਹਾਂਜੀ ਬਹਾ, ਫਿਰ ਤੂੰ ਕਿਉਂ ਨਹੀਂ ਇਹ ਮੰਨਿਆ? ਇਸ ਕਰਕੇ ਤੂੰ ਹੁਣ ਗਾਂਹ ਨਹੀਂ ਜਾ ਸਕਦਾ, ਕਿਉਂਕਿ ਉਹ ਪਾਪ ਤੇਰੇ ਵਿੱਚ ਅਜੇ ਵੀ ਬਣਿਆ ਹੋਇਆ ਹੈ। ਇਸ ਕਰਕੇ ਡਰ ਜਾਓ ਔਰ ਯਿਸੂ ਮਸੀਹ ਤੋਂ ਕੰਬ ਜਾਓ। ਕਾਹਦੇ ਲਈ? ਕਿ ਪ੍ਰਭੂ ਮੈਂ ਆਪਣੀ ਕਮੀ ਮੰਨ ਲਵਾਂ, ਆਪਣਾ ਘਾਟਾ ਮੰਨ ਲਵਾਂ, ਆਪਣੀ ਗਲਤੀ ਮੰਨ ਲਵਾਂ। ਇਹ ਅਜੇ ਸਮਾਂ ਹੈਗਾ, ਅਜੇ ਸਮਾਂ ਹੈਗਾ। ਬੜਾ ਕੁਝ ਹੋ ਕੇ 7 ਮਹੀਨਿਆਂ 'ਚ ਫਿਰ ਅੱਜ ਵਚਨ ਦੇ ਲਈ ਬੂਹਾ ਖੁੱਲ ਗਿਆ। ਜੇ ਬੂਹਾ ਖੁੱਲ ਗਿਆ ਤੇ ਮੈਂ ਹੱਥ ਉਠਾ ਕੇ ਕਹਿਣਾ, ਤੁਹਾਨੂੰ ਸਮਾਂ ਮਿਲ ਗਿਆ। ਜਿਹੜੀ ਗਲਤੀ ਤੁਸੀਂ ਨਹੀਂ ਮੰਨੀ, ਉਸ ਨੂੰ ਮੰਨ ਲਓ। ਬਹੁਤ ਵਧੀਆ ਹੋਵੇਗਾ। ਉਸ ਦਿਨ ਅੱਗੇ ਜਾਓਗੇ ਔਰ ਤੁਹਾਡੇ ਲਈ ਰਸਤਾ ਹੋਵੇਗਾ, ਕਿਉਂਕਿ ਉੱਥੇ ਉਹਨੇ ਲਿਖਿਆ ਹੋਇਆ, ਲਿਖਤ ਕਹਿੰਦੀ ਹੈ, ਅਰਥਾਤ ਉਸ ਨਵੇਂ ਨੇਮ ਅਤੇ ਜਿਉਂਦੇ ਰਾਹ ਥੀ, ਜਿਹੜਾ ਉਸਨੇ ਆਪਣੇ ਪਰਦੇ ਮਾਨੋ ਆਪਣੇ ਸਰੀਰ ਅਤੇ ਸਰੀਰ ਥਾਣੀ ਸਾਡੇ ਲਈ ਖੋਲ ਦਿੱਤਾ। ਸਰੀਰ ਵਿੱਚੋਂ ਦੀ ਸਾਡੇ ਲਈ ਖੋਲ ਗਿਆ। ਲਹੂ ਉਹਦਾ ਵਗ ਗਿਆ, ਮਾਰ ਉਹਨੇ ਖਾ ਲਈ, ਕੰਡਿਆਂ ਦਾ ਤਾਜ ਉਹਦੇ ਸਿਰ ਤੇ ਪੈ ਗਿਆ, ਹੱਥਾਂ ਤੇ ਪੈਰਾਂ 'ਚ ਕਿੱਲ ਉਹਦੇ ਠੁੱਕ ਗਏ। ਤੇ ਮੈਂ ਕਹਿੰਦਾ, ਰਾਹ ਤੁਹਾਡੇ ਲਈ ਖੁੱਲ ਗਿਆ। ਕਿੰਨੇ ਖੋਲਿਆ? ਤਾਲੀਆਂ ਵਜਾ ਕੇ ਆਖੋ, ਯਿਸੂ ਮਸੀਹ ਨੇ ਆਪਣੇ ਲਹੂ ਦੇ ਦੁਆਰਾ ਇਹ ਰਾਹ ਖੋਲ ਦਿੱਤਾ। ਤੋਂ ਅੱਜ ਅਸੀਂ ਵੇਖਦੇ ਹਾਂ, ਇੱਥੇ ਵੀ ਲੋਕ ਉਹ ਗੱਲ ਕਰ ਰਹੇ ਆ ਕਿ ਮੈਂ ਆਪਣਾ ਪਾਪ ਨਹੀਂ ਮੰਨਣਾ, ਮੈਂ ਆਪਣੀ ਬੁਰਾਈ ਨਹੀਂ ਮੰਨਣੀ, ਮੈਂ ਚੁੱਪ ਕਰਕੇ ਬਹਿ ਜਾਣਾ। ਗਿਰਜੇ ਬੈਠੇ ਰਹੋ, ਬਹਿ ਜਾਓ ਚੁੱਪ ਕਰਕੇ, ਮੈਨੂੰ ਤੇ ਕੋਈ ਫਰਕ ਨਹੀਂ ਪੈਣਾ। ਮੈਂ ਤੇ ਦੱਸ ਦਿੱਤਾ ਤੁਹਾਨੂੰ, ਭਾਈ ਉਹਨੇ ਸਾਡੇ ਪਾਪਾਂ ਲਈ ਆਪਣੀ ਕੀ ਦੇ ਦਿੱਤੀ ਆ? ਜਾਨ ਦੇ ਦਿੱਤੀ ਆ। ਮੇਰੇ ਅਜ਼ੀਜ਼ੋ, ਮੈਨੂੰ ਅਤੇ ਤੁਹਾਨੂੰ ਆਪਣੇ ਅੰਦਰ ਝਾਤੀ ਮਾਰਨੀ ਬੜੀ ਜ਼ਰੂਰੀ ਹੈ। ਹਾਲੇਲੂਇਆ। ਇਸ ਕਰਕੇ ਅਸੀਂ ਦੇਖਦੇ ਹਾਂ ਕਿ ਫਿਰ ਕਿਉਂ ਉਹ ਹੁਣ ਆਉਣ ਵਾਲਾ ਤੇ ਛੇਤੀ ਛੇਤੀ ਸਾਨੂੰ ਕਰਨੀ ਚਾਹੀਦੀ ਆ, ਤੇ ਗੋਡਿਆਂ ਪਰਨੇ ਹੋ ਕੇ ਆਪਣੇ ਪਾਪਾਂ ਦਾ ਇਕਰਾਰ ਕਰ ਲੈਣਾ ਚਾਹੀਦਾ ਹੈ ਔਰ ਉਹਦੇ ਸਾਹਮਣੇ ਝੁਕ ਜਾਣਾ ਚਾਹੀਦਾ ਹੈ। ਮੈਂ ਇਬਰਾਨੀਆਂ 10:16 ਔਰ 20 ਤੱਕ ਤੁਹਾਡੇ ਨਾਲ ਸੀ। ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇਬਰਾਨੀਆਂ ਉਸ ਦਾ 10 ਅਧਿਆਏ ਔਰ ਉਸ ਦੀ 37 ਆਇਤ ਮੈਂ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ। ਲਿਖਿਆ, ਹਾਂਜੀ ਹਾਂਜੀ ਹਾਂਜੀ, ਇਹ ਲਿਖਿਆ ਹੈ, ਹੁਣ ਥੋੜਾ ਜਿਹਾ ਚਿਰ ਹੈ ਜੋ ਆਉਣ ਵਾਲਾ ਆਵੇਗਾ ਅਤੇ ਚਿਰ ਨਾ ਲਾਵੇਗਾ, ਪਰ ਮੇਰਾ ਧਰਮੀ ਬੰਦਾ
ਨਿਸ਼ਚਾ ਤੋਂ ਜੀਵੇਗਾ। ਅਤੇ ਜੇ ਉਹ ਪਛਾਣ ਜੇ ਉਹ ਪਛਾਣ ਹਟ ਜਾਵੇ, ਮੇਰਾ ਜੀ ਉਸ ਤੋਂ ਪ੍ਰਸੰਨ ਮੇਰਾ ਜੀ ਉਹਦੇ ਤੋਂ ਪ੍ਰਸੰਨ। ਮੇਰੇ ਭਾਈ, ਅਸਾਂ ਆਪਣੀਆਂ ਗਲਤੀਆਂ ਮੰਨ ਕੇ ਮੰਨਣੀਆਂ ਨੇ, ਪਛਾਣ ਨਹੀਂ ਚਲੇ ਜਾਣਾ, ਪਿੱਛੇ ਨਹੀਂ ਜਾਣਾ, ਪਿੱਛੇ ਕਦੇ ਵੀ ਨਹੀਂ ਜਾਣਾ। ਅਜੇ ਤਾਂ ਵੀ ਪਿੱਛੇ ਨਹੀਂ ਜਾਣਾ, ਮੁਸ਼ਕਲ ਆ ਜੇ ਤਾਂ ਵੀ ਪਿੱਛੇ ਨਹੀਂ ਜਾਣਾ। ਕੀ ਕਰ ਲੈਣਾ ਹੈ? ਆਪਣੀ ਗਲਤੀ ਤੇ ਆਪਣਾ ਘਾਟਾ ਕੀ ਲੈਣਾ ਹੈ, ਤਾਂ ਜੋ ਪ੍ਰਭੂ ਦੀ ਹਜ਼ੂਰੀ ਵਿੱਚ ਸਾਨੂੰ ਬਰਕਤ ਅਤੇ ਆਸ਼ੀਸ਼ ਮਿਲੇ। ਔਰ ਲਿਖਿਆ ਹੈ, ਧਰਮੀ ਬੰਦਾ, ਪਰ ਮੇਰਾ ਧਰਮੀ ਬੰਦਾ ਨਿਸ਼ਚਾ ਤੋਂ ਜੀਵੇਗਾ, ਅਤੇ ਜੇ ਉਹ ਪਛਾਣ ਹਟ ਜਾਵੇ ਤਾਂ ਮੇਰਾ ਜੀ ਉਸ ਤੋਂ ਪ੍ਰਸੰਨ ਨਹੀਂ ਹੋਵੇਗਾ। ਔਰ ਲਿਖਤ ਕਹਿੰਦੀ ਹੈ, ਪਰ ਅਸੀਂ ਉਹਨਾਂ ਵਿੱਚੋਂ ਨਹੀਂ ਪਰ ਅਸੀਂ ਉਹਨਾਂ ਵਿੱਚੋਂ ਨਹੀਂ, ਜਿਹੜੇ ਪਛਾਣ ਹਟ ਕੇ ਅਸੀਂ ਉਹਨਾਂ ਵਿੱਚੋਂ ਨਹੀਂ ਜਿਹੜੇ ਪਛਾਣ ਹਟ ਕੇ ਨਸ਼ਟ ਹੋ ਜਾਂਦੇ ਹਨ, ਸਗੋਂ ਉਹਨਾਂ ਵਿੱਚੋਂ ਹਾਂ ਜਿਹੜੇ ਨਿਸ਼ਚਾ ਕਰਕੇ ਆਪਣੀ ਜਾਨ ਬਚਾ ਰੱਖਦੇ ਹਨ। ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਕਿਹੜੀ ਮਹਿੰਗੀ, ਸਾਡੇ ਕੋਲ ਸਭ ਤੋਂ ਮਹਿੰਗੀ ਚੀਜ਼ ਕਿਹੜੀ ਹੈ? ਸਭ ਤੋਂ ਮਹਿੰਗੀ, ਵੇਖੋ ਝਾਤੀ ਮਾਰੋ, ਤੁਹਾਡੇ ਘਰ ਵਿੱਚ ਸਭ ਤੋਂ ਮਹਿੰਗੀ ਚੀਜ਼ ਕਿਹੜੀ ਹੈ? ਤੁਹਾਡੇ ਕੋਲ ਸਭ ਤੋਂ ਮਹਿੰਗੀ ਚੀਜ਼ ਕਿਹੜੀ ਹੈ? ਸਾਡੀ ਜਾਨ। ਜਾਨ ਦੇ ਬਦਲੇ ਸੋਨਾ ਦੇ ਦਿਓ ਤਾਂ ਵੀ ਨਹੀਂ ਬਚ ਸਕਣੀ। ਜਾਨ ਦੇ ਬਦਲੇ ਤੁਸੀਂ ਜੋ ਕੁਝ ਮਰਜ਼ੀ ਕਰ ਲਓ, ਇਹ ਤਾਂ ਵੀ ਨਹੀਂ ਬਚ ਸਕਣੀ। ਮੇਰੀ ਤੇ ਤੁਹਾਡੀ ਜਾਨ ਦੇ ਬਦਲੇ ਖੁਦਾਵੰਦ ਯਿਸੂ ਮਸੀਹ ਨੇ ਆਪਣੀ ਜਾਨ ਦਿੱਤੀ ਹੋਈ ਆ। ਤੁਸੀਂ ਕੀ ਉਹਨੂੰ ਦੇ ਸਕੋਗੇ? ਤੁਸੀਂ ਉਹਨੂੰ ਕੀ ਦੇ ਸਕੋਗੇ? ਉਹਨੇ ਤੇ ਮੇਰੇ ਤੁਹਾਡੇ ਲਈ ਆਪਣੀ ਜਾਨ ਦੇ ਦਿੱਤੀ ਕਿ ਨਹੀਂ? ਕੀ ਉਹਦਾ ਲਹੂ ਡੁੱਲਿਆ ਜਾਂ ਨਹੀਂ ਡੁੱਲਿਆ? ਕੀ ਉਹਦੇ ਹੱਥਾਂ ਪੈਰਾਂ 'ਚ ਕਿੱਲ ਠੁਕੇ ਜਾਂ ਨਹੀਂ ਠੁਕੇ? ਤੋ ਯਾਦ ਰੱਖੋ, ਫਿਰ ਤੁਸੀਂ ਕੀ ਲੁਕਾ ਕੇ ਬੈਠੇ ਹੋਏ ਹੋ? ਕਿਉਂ ਨਹੀਂ ਮੰਨਦੇ ਆਪਣੀਆਂ ਗਲਤੀਆਂ ਉਹਦੇ ਸਾਹਮਣੇ? ਆਪਣੇ ਪਾਪਾਂ ਦਾ ਕਿਉਂ ਨਹੀਂ ਇਕਰਾਰ ਕਰਦੇ? ਕਿਉਂ ਤੁਸੀਂ ਆਪਣੇ ਤੌਬਾ ਨਹੀਂ ਕਰਦੇ? ਤੁਸੀਂ ਸੋਚਿਆ ਵੀ ਕੋਈ ਗੱਲ ਨਹੀਂ, ਯਿਸੂ ਜੀ ਤੇ ਕੋਈ ਗੱਲ ਹੀ ਨਹੀਂ, ਤੌਬਾ ਕਰੀਏ ਜਾਂ ਨਾ ਕਰੀਏ ਤੇ ਸਾਡੀ ਮਰਜ਼ੀ ਹੈ। ਤੁਸਾਂ ਵਤੀਰਾ ਜਿਹੜਾ ਰੱਖਿਆ ਉਹ ਇਹ ਰੱਖਿਆ ਹੋਇਆ ਬਈ ਤੌਬਾ ਕਰੀਏ ਜਾਂ ਨਾ ਕਰੀਏ ਉਹ ਸਾਡੀ ਮਰਜ਼ੀ ਹੈ, ਔਰ ਅਸੀਂ ਯਿਸੂ ਨੂੰ ਮੰਨੀਏ ਜਾਂ ਨਾ ਮੰਨੀਏ ਸਾਡੀ ਮਰਜ਼ੀ ਹੈ। ਪਰ ਲਓ ਕਿੰਨੇ ਡੋਲਿਆ ਪਾਸ ਨੇ। ਨਾ ਨਾ ਨਾ, ਮੇਰੇ ਵਰਗੇ ਪਾਸ ਬੜੇ ਤੁਰੇ ਫਿਰਦੇ ਨੇ ਇੱਥੇ। ਯਾਦ ਰੱਖੋ, ਹੱਥ ਉਠਾ ਕੇ ਆਖੋ, ਜੇ ਸਾਡੀ ਜਾਨ ਦੇ ਬਦਲੇ ਜਾਨ ਦਿੱਤੀ ਆ ਤੇ ਉਹ ਯਿਸੂ ਮਸੀਹ ਨੇ ਦੇ ਦਿੱਤੀ। ਹੋਰ ਕੋਈ ਸਾਡੇ ਬਦਲੇ ਮਾਰ ਨਹੀਂ ਸੀ ਸਕਦਾ, ਹੋਰ ਕੋਈ ਆਪਣੀ ਜਾਨ ਦੇ ਨਹੀਂ ਸੀ ਸਕਦਾ। ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ। ਇੱਕ ਵਾਰੀ ਇੱਕ ਆਦਮੀ ਮਸੀਹੀ ਹੋ ਗਿਆ, ਬੜੀ ਪੁਰਾਣੀ ਗੱਲ ਆ, ਔਰ ਉਹ ਭਈ ਇਹ ਤੇ ਬੜੀ ਮਾੜੀ ਗੱਲ ਹੈ, ਬੰਦਾ ਮਸੀਹ ਹੋ ਗਿਆ, ਇੰਨੀ ਉੱਚੀ ਜਾਤੀ ਦਾ ਬੰਦਾ ਮਸੀਹ ਹੋ ਗਿਆ। ਔਰ ਉਹਨਾਂ ਕਿਹਾ ਚਲੋ ਇਹਦੀ ਜਿਹੜੀ ਘਰ ਵਾਲੀ ਆ ਨਾ ਉਹਨੂੰ ਘੱਲਦੇ ਆ ਉਹਦੇ ਕੋਲ। ਉਹ ਆਈ, ਉਹ ਦਰਵਾਜ਼ੇ ਤੇ ਖਲੋ ਗਈ ਤੇ ਉਹ ਕਹਿੰਦੀ ਮੈਂ ਤੁਹਾਡੀ ਹੋਣ ਵਾਲੀ ਪਤਨੀ ਆ ਤੇ ਮੈਂ ਤੁਹਾਡੇ ਕੋਲੋਂ ਦਿਲ ਮੰਗਦੀ ਆ। ਮੈਂ ਤੁਹਾਡੇ ਕੋਲ ਕੋਈ ਮੰਗਦੀ ਆ। ਉਹ ਬੰਦਾ ਮਸੀਹ ਹੋ ਗਿਆ ਸੀ, ਉਹਨੇ ਦਿਲ ਕਿਹਨੂੰ ਦੇ ਦਿੱਤਾ ਹੋਇਆ ਸੀ? ਹੱਥ ਉਠਾਓ। ਉਹਨੇ ਤੇ ਦਿਲ ਯਿਸੂ ਨੂੰ ਦੇ ਦਿੱਤਾ ਹੋਇਆ ਸੀ। ਉਹ ਕਹਿੰਦਾ ਹੋ ਗਏ ਹੋ, ਮੇਰੇ ਕੋਲ ਇੱਕ ਹੀ ਦਿਲ ਸੀਗਾ, ਉਹ ਮੈਂ ਯਿਸੂ ਮਸੀਹ ਨੂੰ ਦੇ ਚੁੱਕਿਆ। ਹੁਣ ਹੋਰ ਕੋਈ ਮੇਰੇ ਕੋਲੋਂ ਦਿਲ ਹੈ ਨਹੀਂਗਾ। ਹੁਣ ਮੈਂ ਬਸ ਉਹਦਾ ਵਾਂ ਤੇ ਉਹ ਮੇਰਾ ਵਾ। ਜਦ ਤੱਕ ਮੈਂ ਜਿਉਂਦਾ ਉਹਦਾ ਰਵਾਂਗਾ ਔਰ ਉਹ ਮੈਨੂੰ ਬਚਾ ਕੇ ਰੱਖੇਗਾ। ਮੇਰੇ ਅਜੀਜ਼ੋ, ਤੁਹਾਡੇ ਕੋਲ ਕਿੰਨੇ ਕੁ ਦਿਲ ਨੇ? ਕਿੰਨੇ ਦਿਲ ਨੇ?
ਇਹ ਦਿਲਾਂ ਦੇ ਬਦਲੇ ਵਿੱਚ ਮੈਂ ਥੋੜੀ ਜਿਹੀ ਗੱਲ ਕਰਨੀ ਹੈ, ਕਿਉਂਕਿ ਮੈਨੂੰ ਜਾਪਦਾ ਹੈ ਲੋਕ ਢਿੱਲੇ, ਲੋਕ ਲਾਪਰਵਾਹ ਨੇ, ਉਹ ਸੇਵਾ ਦੀ ਪਰਵਾਹ ਨਹੀਂ ਕਰ ਰਹੇ, ਉਹ ਯਿਸੂ ਦੇ ਬਹਾਏ ਲਹੂ ਦੀ ਪਰਵਾਹ ਨਹੀਂ ਕਰ ਰਹੇ। ਉਹ ਸੋਚ ਰਹੇ ਨੇ ਜੋ ਕੁਝ ਅਸੀਂ ਆ ਉਹ ਅਸੀਂ ਆ, ਨਹੀਂ ਮੇਰੇ ਪਰ ਸਭ ਤੋਂ ਯਿਸੂ ਮਸੀਹ ਹੈ, ਸਭ ਤੋਂ ਵਧੀਆ ਉਹ ਹੈ ਜਿਹਦੇ ਨਾਲ ਸਾਡੀ ਮੁਲਾਕਾਤ ਹੋ ਚੁੱਕੀ ਹੋਈ ਹੈ। ਪ੍ਰਭੂ ਤੁਹਾਨੂੰ ਬਹੁਤ ਵੱਡੀ ਕਿਰਪਾ ਦੇਵੇ। ਤੋ ਅਸੀਂ ਵੇਖਦੇ ਹਾਂ ਦਿਲਾਂ ਦੀ ਥੋੜੇ ਜਿਹੇ ਮਿੰਟ ਗੱਲ ਕਰਾਂਗੇ। ਸਾਡੇ ਕੋਲ ਥੋੜਾ ਜਿਹਾ ਸਮਾਂ ਹੈ, ਅਸੀਂ ਥੋੜਾ ਜਿਹਾ ਸਮਾਂ ਕੁਝ ਮਿੰਟਾਂ ਲਈ ਗੱਲ ਕਰਾਂਗੇ। ਆਓ ਪੜਾਂਗੇ ਯਿਰਮੀਆ 17:9। ਯਿਰਮੀਆ 17:9 ਅਸੀਂ ਇਹਨੂੰ ਪੜਾਂਗੇ ਖੁਦਾ ਦੇ ਵਚਨ ਦੇ ਅੰਦਰੋਂ। ਹੁਣ ਵੇਖੋ, ਤੁਹਾਨੂੰ ਇੱਕ ਆਪਣੇ ਦਿਲ ਦੇ ਉੱਤੇ ਝਾਤੀ ਮਾਰਨ ਦਾ ਇੱਕ ਹੋਰ ਮੌਕਾ ਮਿਲ ਗਿਆ, ਇੱਕ ਹੋਰ ਮੌਕਾ ਮਿਲਿਆ। ਪੜਾਂਗੇ ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ। ਪੜਾਂਗੇ ਉਹ ਪੁੱਜ ਕੇ ਖਰਾਬ ਹੈ, ਇਹ ਪੁੱਜ ਕੇ ਖਰਾਬ ਹੈ, ਇਹਨੂੰ ਕੌਣ ਜਾਣ ਸਕਦਾ? ਮੈਂ ਯਹੋਵਾ ਹਾਂਜੀ ਦਿਲ ਨੂੰ ਜੋਂਦਾ ਹਾਂ ਅਤੇ ਗੁਰਦਿਆਂ ਨੂੰ ਪਤਾਉਂਦਾ ਹਾਂ। ਹਾਂਜੀ ਭਾਈ ਹਰ ਮਨੁੱਖ ਹਰ ਮਨੁੱਖ ਨੂੰ ਉਹਦੇ ਚਾਲ ਚੱਲਣ ਅਨੁਸਾਰ, ਹਰ ਮਨੁੱਖ ਦੇ ਚਾਲ ਚੱਲਣ ਅਨੁਸਾਰ ਅਤੇ ਉਹਦੇ ਕੰਮਾਂ ਦੇ ਅਨੁਸਾਰ ਬਦਲਾ ਦਿਆਂ। ਹੁਣ ਵੇਖੋ, ਦਿਲ ਇੱਕ ਹੀ ਆ ਨਾ। ਅੱਜ ਦਿਲ ਇੱਕ ਹੀ ਆ ਤੇ ਕਿਹਨੂੰ ਦੇਣਾ ਚਾਹੀਦਾ ਦਿਲ? ਹਾਂਜੀ, ਕਿਹਨੂੰ ਦੇ ਦੇਣਾ ਚਾਹੀਦਾ? ਇਹ ਦਿਲ ਯਿਸੂ ਨੂੰ ਦੇ ਦੇਣਾ ਚਾਹੀਦਾ। ਭਾਵੇਂ ਖਰਾਬ ਹੈ ਤਾਂ ਵੀ ਉਹਨੂੰ ਦੇ ਦੇਣਾ ਚਾਹੀਦਾ ਹੈ। ਭਾਵੇਂ ਖਰਾਬ ਹੋ ਗਿਆ ਵਾ, ਭਾਵੇਂ ਗਲਤੀਆਂ ਨਾਲ, ਫਿਰ ਵੀ ਉਹਨੂੰ ਦੇ ਦੇਣਾ ਚਾਹੀਦਾ, ਕਿਉਂਕਿ ਉਹ ਆਪਣੇ ਲਹੂ ਨਾਲ ਸਾਫ਼ ਕਰਦਾ। ਉਹ ਆਪਣੇ ਲਹੂ ਨਾਲ ਕੀ ਕਰ ਦੇਗਾ? ਅਗਰ ਤੁਸੀਂ ਹੋਰ ਕਿਸੇ ਨੂੰ ਦਿਲ ਦਿੰਦੇ ਹੋ ਤੇ ਤੁਹਾਡਾ ਦਿਲ ਇਹੋ ਜਿਹਾ ਰਹਿਣਾ, ਪੁਰਾਣਾ ਜੰਗਾਲਾ ਜਗੂਲਾ ਹੀ ਰਹਿਣਾ, ਇਹ ਸਾਫ਼ ਨਹੀਂ ਹੋ ਸਕਣਾ। ਯਾਦ ਰੱਖੋ, ਪਰ ਜੇ ਇਹ ਦਿਲ ਤੁਸੀਂ ਯਿਸੂ ਮਸੀਹ ਨੂੰ ਦੇ ਦੋਗੇ, ਹੱਥ ਉਠਾ ਕੇ ਆਖੋ, ਉਹ ਤੁਹਾਡੇ ਦਿਲ ਨੂੰ ਨਵਾਂ ਕਰ ਦੇਵੇਗਾ। ਉਹ ਨਵਾਂ ਦਿਲ ਕਰ ਦੇਵੇਗਾ, ਨਵਾਂ ਆਤਮਾ ਤੁਹਾਡੇ ਅੰਦਰ ਪਾ ਦੇਵੇਗਾ। ਮੈਂ ਦਿਲਾਂ ਦੀ ਗੱਲ ਕਰਨੀ ਆ, ਥੋੜਾ ਜਿਹਾ ਚਿਰ, ਬਹੁਤਾ ਚਿਰ ਨਹੀਂ, ਥੋੜਾ ਜਿਹਾ ਚਿਰ ਬਸ ਅਸੀਂ ਦਿਲ ਦੀ ਗੱਲ ਲੱਗਿਆ ਕਰਨ। ਆਓ ਅਸੀਂ ਪੜਾਂਗੇ ਹਿਜ਼ਕੀਏਲ 11:18। ਹਿਜ਼ਕੀਏਲ 11:18 ਅਸੀਂ ਪ੍ਰਭੂ ਦੇ ਵਚਨ ਚੋਂ ਪੜ ਲਵਾਂਗੇ। ਅਤੇ ਉਹ ਉੱਥੇ ਆਉਣਗੇ ਉਹਦੀਆਂ ਸਾਰੀਆਂ ਘਿਨਾਉਣੀਆਂ ਅਤੇ ਭੈੜੀਆਂ ਚੀਜ਼ਾਂ ਉਸ ਵਿੱਚੋਂ ਕੱਢ ਦੇਣਗੇ, ਅਤੇ ਮੈਂ ਉਹਨਾਂ ਨੂੰ ਇੱਕ ਦਿਲ ਦਿਆਂਗਾ, ਅਤੇ ਨਵਾਂ ਆਤਮਾ ਤੁਹਾਡੇ ਅੰਦਰ ਪਾਵਾਂਗਾ, ਅਤੇ ਪੱਥਰ ਦਾ ਦਿਲ ਉਹਨਾਂ ਵਿੱਚੋਂ ਕੱਢ ਦਿਆਂਗਾ, ਅਤੇ ਉਹਨਾਂ ਨੂੰ ਇੱਕ ਮਾਸ ਦਾ ਦਿਲ ਦਿਆਂਗਾ, ਤਾਂ ਜੋ ਮੇਰੀਆਂ ਵਿਧੀਆਂ ਉੱਤੇ ਤੁਰਨ, ਮੇਰੇ ਕਾਨੂੰਨਾਂ ਦੀ ਪਾਲਣਾ ਕਰਨ, ਹਾਂਜੀ, ਅਤੇ ਉਹਨਾਂ ਤੇ ਅਮਲ, ਉਹ ਮੇਰੀ ਪਰਜਾ ਹੋਣਗੇ, ਮੈਂ ਉਹਨਾਂ ਦਾ ਪਰਮੇਸ਼ਰ। ਆਮੀਨ। ਹੁਣ ਤੁਸੀਂ ਸਾਰੇ ਇੱਥੇ ਪੁਲਪੁੱਟ ਤੇ ਆ ਸਕਦੇ ਹੋ ਤੇ ਮੈਨੂੰ ਕਹਿ ਸਕਦੇ ਹੋ, ਦੱਸੋ ਕਿਹੜਾ ਪੱਥਰ ਦਾ ਦਿਲ ਹੈ ਸਾਡੇ ਅੰਦਰ? ਤੁਸੀਂ ਕਹਿ ਸਕਦੇ ਹੋ ਕਿਹੜਾ ਪੱਥਰ ਦਾ ਦਿਲ ਹੈ? ਔਰ ਮੈਂ ਵੀ ਤੁਹਾਨੂੰ ਇਹ ਕਹਿੰਦਾ ਹਾਂ ਕਿ ਜਿਹੋ ਜਿਹਾ ਮੇਰੇ ਅੰਦਰ ਮਾਸ ਦਾ ਦਿਲ ਆ, ਇਹੋ ਜਿਹਾ ਤੁਹਾਡੇ ਅੰਦਰ ਆ। ਪਰ ਦਿਲ ਕੀ ਹੋ ਜਾਂਦੇ ਨੇ? ਦਿਲ ਕੀ ਹੋ ਜਾਂਦੇ? ਪੱਥਰ ਹੋ ਜਾਂਦੇ ਨੇ। ਦਿਲ ਧੋਖੇਬਾਜ਼ ਹੋ ਜਾਂਦੇ ਨੇ। ਹੱਥ ਉਠਾ ਕੇ ਕਹਿੰਦਾ ਵਚਨ, ਕਹਿੰਦਾ ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਅਤੇ ਪੁੱਜ ਕੇ ਖਰਾਬ ਹੈ। ਇਹਨੂੰ ਕੌਣ ਜਾਣਦਾ?
ਤੁਸੀਂ ਆਪਣੇ ਦਿਲ ਦੀ ਗੱਲ ਨਾ ਕਿਸੇ ਨੂੰ ਦੱਸੋ, ਨਾ ਆਪਣੇ ਦਿਲ ਦੇ ਪਾਪ ਕਿਸੇ ਨੂੰ ਦੱਸੋ। ਇੱਕ ਜਾਣਾ ਤੇ ਦਿਲ ਨੂੰ ਵੇਂਦਾ ਹੀ ਆ ਨਾ, ਔਰ ਉਹ ਕੌਣ ਹੈ? ਉਹ ਸਾਡਾ ਖੁਦਾਵੰਦ ਯੀਸ਼ੂ ਮਸੀਹ ਹੈ। ਹਾਲੇਲੂਇਆ। ਇਸ ਕਰਕੇ ਅੱਜ ਸਾਨੂੰ ਆਪਣੇ ਆਪ ਨੂੰ ਜ਼ਰੂਰ ਪ੍ਰਭੂ ਦੀ ਨਜ਼ਦੀਕੀ ਵਿੱਚ ਰਹਿ ਕੇ ਆਪਣੇ ਆਪ ਦੇ ਉੱਤੇ ਝਾਤੀ ਮਾਰਨੀ ਚਾਹੀਦੀ ਆ, ਕਿਉਂਕਿ ਲਿਖਤ ਕਹਿ ਰਹੀ ਹੈ ਹੁਣ ਥੋੜਾ ਜਿਹਾ ਚਿਰ ਹੈ। ਹੁਣ ਕੀ ਹੈ? ਥੋੜਾ ਜਿਹਾ ਚਿਰ ਹੈ ਜੋ ਆਉਣ ਵਾਲਾ ਆਵੇਗਾ ਅਤੇ ਚਿਰ ਨਾ ਲਾਵੇਗਾ। ਪਰ ਮੇਰਾ ਧਰਮੀ ਬੰਦਾ ਨਿਸ਼ਚਾ ਤੋਂ ਜੀਵੇਗਾ। ਲਿਖਿਆ ਹੈ, ਲਿਖਿਆ ਸੋ ਤੁਸੀਂ ਆਪਣੀ ਦਲੇਰੀ ਨੂੰ ਕਿਤੇ ਗਵਾ ਨਾ ਬੈਠਣਾ ਕਿ ਉਹ ਜਾਂ ਵੱਡਾ ਉਹਦਾ ਵੱਡਾ ਫਲ ਹੈ। ਕਿਉਂ ਜੋ ਤੁਹਾਨੂੰ ਧੀਰਜ ਕਰਨ ਦੀ ਲੋੜ ਹੈ, ਭਾਈ ਤੁਸੀਂ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰਕੇ ਵਾਅਦੇ ਨੂੰ ਕੀ ਕਰ ਲਵੋ? ਪ੍ਰਾਪਤ ਕਰ ਲਵੋ। ਪਿੱਛੇ ਕਿਹਦੀ ਗੱਲ ਕਰ ਰਿਹਾ ਪੌਲਸ? ਪਿੱਛੇ ਕਿਹਦੀ ਗੱਲ ਕਰ ਰਿਹਾ? ਉਹ ਗੱਲ ਕਰ ਰਿਹਾ ਜਿਹੜੇ ਤੁਸੀਂ ਦੁੱਖ ਸਹਿ ਲੈਣ। ਔਰ ਉਹ 10 ਦੀ 32 ਆਇਤ ਵਿੱਚ ਕਹਿ ਰਿਹਾ ਉਹਨਾਂ ਦਿਨਾਂ ਨੂੰ ਚੇਤੇ ਕਰੋ ਜਦੋਂ ਤੁਸੀਂ ਦੁੱਖਾਂ ਦੇ ਵੱਡੇ ਘੋਲ ਮਘੋਲੇ ਨੂੰ ਸਹਿ ਲਿਆ। ਇਹਦੀ ਗੱਲ ਹੋ ਰਹੀ ਆ। ਔਰ ਉਹ ਕਹਿ ਰਿਹਾ ਹੈ ਵੇਖਣਾ ਕਿਤੇ ਤੁਸੀਂ ਆਪਣੀ ਦਲੇਰੀ ਗਵਾ ਨਾ ਬੈਠਣਾ। ਆਪਣੀ ਦਲੇਰੀ ਕਿਤੇ ਗਵਾ ਨਾ ਬੈਠਣਾ, ਕਿਉਂਕਿ ਇਹਦਾ ਬਹੁਤਾ ਫਲ ਹੈ। ਔਰ ਲਿਖਿਆ ਹੋਇਆ ਹੈ ਹੁਣ ਥੋੜਾ ਜਿਹਾ ਚਿਰ ਹੈ ਜੋ ਆਉਣ ਵਾਲਾ ਆਵੇਗਾ ਅਤੇ ਚਿਰ ਨਾ ਲਾਵੇਗਾ। ਪਰ ਮੇਰਾ ਧਰਮੀ ਬੰਦਾ ਨਿਸ਼ਚਾ ਤੋਂ ਜੀਵੇਗਾ ਅਤੇ ਜੇ ਉਹ ਪਿਛਾਂ ਹਟ ਜਾਵੇ ਮੇਰਾ ਜੀ ਉਸ ਤੋਂ ਪ੍ਰਸੰਨ। ਹੱਥ ਉਠਾ ਕੇ ਆਖੋ ਪਰ ਅਸੀਂ ਉਹਨਾਂ ਵਿੱਚੋਂ ਨਹੀਂ ਹਾਂ ਜਿਹੜੇ ਪਿਛਾਂ ਹੋ ਕੇ ਨਸ਼ਟ ਹੋ ਜਾਂਦੇ ਹਨ, ਪਰ ਅਸੀਂ ਉਹਨਾਂ ਵਿੱਚੋਂ ਜਿਹੜੇ ਨਿਸ਼ਚਾ ਕਰਕੇ ਆਪਣੀ ਜਾਨ ਬਚਾ ਕੇ ਰੱਖਦੇ ਹਨ। ਇਹ ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਆਓ ਅਸੀਂ ਆਪਣੇ ਸਿਰਾਂ ਨੂੰ ਝੁਕਾਵਾਂਗੇ ਤੇ ਦੁਆਈਆ ਹਾਲਤ ਵਿੱਚ ਹੋਵਾਂਗੇ ਤੇ ਪ੍ਰਭੂ ਦਾ ਧੰਨਵਾਦ ਕਰਾਂਗੇ। ਪ੍ਰਭੂ ਜੀ ਤੂੰ ਸਾਡੇ ਨਾਲ ਇੱਕ ਨਵਾਂ ਨੇਮ ਦੀ ਗੱਲ ਕੀਤੀ ਇਬਰਾਨੀਆਂ 10 ਦੀ 16 ਦੇ ਅੰਦਰ, ਔਰ ਫਿਰ ਤੂੰ ਸਾਡੇ ਲਈ ਇੱਕ ਦਰਵਾਜ਼ਾ ਖੋਲ ਦਿੱਤਾ। ਔਰ ਪ੍ਰਭੂ ਉਹ ਦਰਵਾਜ਼ਾ ਲਹੂ ਦੇ ਵਿੱਚੋਂ ਦੀ ਹੁੰਦੇ ਹੋਏ ਆਪਣੇ ਲਹੂ ਨਾਲ ਉਹ ਦਰਵਾਜ਼ਾ ਖੋਲ ਦਿੱਤਾ। ਔਰ ਪ੍ਰਭੂ ਤੂੰ ਸ਼ਰ੍ਹਾ ਨੂੰ ਪੂਰਾ ਕਰ ਦਿੱਤਾ। ਤੂੰ ਮੇਮਨਾ ਸੀ, ਤੂੰ ਮੇਮਨਾ ਕੁਰਬਾਨ ਹੋ ਗਿਆ।